ਥਿਓਰਮ ਕਰਨ ਲੱਗੇ ਆ। ਸਿੱਧ ਕਰੋ ਕਿ ਚੱਕਰ ਦੇ ਬਾਹਰੀ ਬਿੰਦੂ ਤੋਂ ਖਿੱਚੀਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਹਨ। ਚਿੱਤਰ ਦੇ ਵਿੱਚ ਦੇਖੋ, ਇੱਕ ਚੱਕਰ ਖਿੱਚਿਆ ਜਿਸ ਦਾ ਕੇਂਦਰ O ਹੈ। P ਚੱਕਰ ਦੇ ਬਾਹਰ ਸਥਿਤ ਕੋਈ ਵੀ ਬਿੰਦੂ ਹੈ। ਬਿੰਦੂ P ਤੋਂ PA ਤੇ PB ਦੋ ਸਪਰਸ਼ ਰੇਖਾਵਾਂ ਚੱਕਰ ਨੂੰ ਖਿੱਚੀਆਂ ਗਈਆਂ। ਅਸੀਂ ਸਿੱਧ ਕਰਨਾ ਹੈ ਕਿ ਇਹਨਾਂ ਦੋਹੇ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਆਪਸ ਵਿੱਚ ਬਰਾਬਰ ਹਨ। ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਜੀ, ਦਿੱਤਾ ਹੈ P ਇੱਕ ਬਾਹਰੀ ਬਿੰਦੂ ਹੈ ਤੇ PA ਤੇ PB ਕੇਂਦਰ O ਵਾਲੇ ਚੱਕਰ ਦੀਆਂ ਦੋ ਸਪਰਸ਼ ਰੇਖਾਵਾਂ ਹਨ। ਉਸ ਤੋਂ ਬਾਅਦ ਅਸੀਂ ਸਿੱਧ ਕੀ ਕਰਨਾ ਹੈ? ਸਿੱਧ ਕਰਨਾ ਹੈ ਜੀ ਬਿੰਦੂ P ਤੋਂ ਜਿਹੜੀਆਂ ਦੋ ਸਪਰਸ਼ ਰੇਖਾਵਾਂ ਖਿੱਚੀਆਂ PA ਤੇ PB ਉਹਨਾਂ ਦੀਆਂ ਲੰਬਾਈਆਂ ਬਰਾਬਰ ਹੈ, ਯਾਨੀ ਕਿ PA ਬਰਾਬਰ PB। ਇਸ ਲਈ ਸਾਨੂੰ ਥੋੜੀ ਜਿਹੀ ਇੱਕ ਰਚਨਾ ਕਰਨੀ ਪਵੇਗੀ। ਰਚਨਾ ਕੀ ਕਰਨੀ ਹੈ ਦੇਖੋ, ਸਭ ਤੋਂ ਪਹਿਲਾਂ ਬਿੰਦੂ O ਨੂੰ ਬਿੰਦੂ A ਨਾਲ ਮਿਲਾ ਦਿਓ, ਫਿਰ ਬਿੰਦੂ O ਨੂੰ ਬਿੰਦੂ B ਨਾਲ ਮਿਲਾ ਦਿਓ। ਇਸੇ ਤਰੀਕੇ ਨਾਲ ਬਿੰਦੂ O ਨੂੰ P ਦੇ ਨਾਲ ਮਿਲਾ ਦਿਓ। ਆਓ ਲਿਖ ਦਈਏ ਰਚਨਾ। ਬਿੰਦੂ O ਜਾਂ ਅਸੀਂ ਇਹਨੂੰ ਕਹਿਣਾ ਜੀ ਕੇਂਦਰ O। ਕੇਂਦਰ O ਨੂੰ ਬਿੰਦੂਆਂ P, A ਤੇ B ਨਾਲ ਮਿਲਾਓ। ਹੁਣ ਅਸੀਂ ਸਬੂਤ ਲਿਖਦੇ ਹਾਂ ਇਹਦਾ। ਦੇਖੋ ਤੁਹਾਡੇ ਕੋਲੇ ਦੋ ਤਿਕੋਣਾਂ ਪ੍ਰਾਪਤ ਹੋ ਚੁੱਕੀਆਂ। ਸਭ ਤੋਂ ਪਹਿਲੀ ਤਿਕੋਣ OAP, ਦੂਸਰੀ OBP। ਅਸੀਂ ਇਹਨਾਂ ਦੋ ਤਿਕੋਣਾਂ ਨੂੰ ਸਰਬੰਗ ਸਮ ਸਿੱਧ ਕਰ ਲਵਾਂਗੇ। ਲੋ ਦੇਖੋ ਕਿਸ ਤਰੀਕੇ ਨਾਲ। ਤ੍ਰਿਭੁਜ OAP ਤੇ ਤ੍ਰਿਭੁਜ OBP ਵਿੱਚ ਹੁਣ ਇਹ ਧਿਆਨ ਰੱਖਣਾ, ਕਿਉਂਕਿ ਬਿੰਦੂ O ਤੋਂ A ਵੱਲ ਜਾਂਦਿਆਂ ਤੁਹਾਨੂੰ ਅਰਧ ਵਿਆਸ ਪ੍ਰਾਪਤ ਹੋ ਰਿਹਾ ਹੈ, O ਤੋਂ A ਵੱਲ ਤੇ O ਤੋਂ B ਵੱਲ। ਜੇ ਦੋਹੇ ਤਿਕੋਣਾਂ 'ਚ ਮੈਂ ਪਹਿਲੇ ਨੰਬਰ ਤੇ ਬਿੰਦੂ O ਰੱਖਿਆ ਤਾਂ ਉਸ ਤੋਂ ਬਾਅਦ ਕਿਉਂਕਿ ਅਰਧ ਵਿਆਸ ਦੋਹੇ ਬਰਾਬਰ ਹੋਣਗੇ, ਯਾਨੀ ਕਿ O ਤੋਂ A ਤੱਕ ਦੀ ਦੂਰੀ ਤੇ O ਤੋਂ B ਤੱਕ ਦੀ ਦੂਰੀ ਬਰਾਬਰ ਹੋਵੇਗੀ, ਤਾਂ ਦੂਸਰੇ ਨੰਬਰ ਤੇ ਜੇ ਇੱਥੇ ਬਿੰਦੂ A ਰੱਖਿਆ ਤਾਂ ਇੱਥੇ ਬਿੰਦੂ B ਰੱਖਣਾ ਪਵੇਗਾ। ਵੈਸੇ ਵੀ ਸਾਨੂੰ ਪਤਾ ਹੈ ਸਪਰਸ਼ ਬਿੰਦੂ ਦੇ ਉੱਤੇ ਅਰਧ ਵਿਆਸ ਤੇ ਸਪਰਸ਼ ਰੇਖਾ ਲੰਬ ਹੁੰਦੀ ਹੈ। A ਤੇ 90 ਡਿਗਰੀ ਦਾ ਕੋਣ ਬਣੇਗਾ, B ਤੇ ਵੀ 90 ਡਿਗਰੀ ਦਾ ਕੋਣ ਬਣੇਗਾ। ਸੋ ਜੇ ਬਿੰਦੂ A ਦੂਸਰੇ ਨੰਬਰ ਤੇ ਰੱਖਿਆ ਤਾਂ ਦੂਸਰੀ ਤਿਕੋਣ ਦੇ ਵਿੱਚ ਬਿੰਦੂ B ਦੂਸਰੇ ਨੰਬਰ ਤੇ ਰੱਖਣਾ ਪਏਗਾ, ਤੇ ਤੀਸਰਾ ਖੁੱਲਾ ਸਿਰਾ ਦੋਹੇ ਤਿਕੋਣਾਂ ਦਾ ਬਿੰਦੂ P ਤੀਸਰੇ ਨੰਬਰ ਤੇ ਰੱਖ ਲਿਆ। ਹਾਂਜੀ, ਹੁਣ ਸਭ ਤੋਂ ਪਹਿਲਾਂ ਦੇਖਣਾ ਕੋਣ A ਬਰਾਬਰ ਕੋਣ B ਹਰੇਕ 90 ਡਿਗਰੀ। ਇਹਦਾ ਕੀ ਕਾਰਨ ਹੈ ਜੀ? ਕੋਣ A ਤੇ ਕੋਣ B 90 ਡਿਗਰੀ ਕਿਉਂ ਹੈ? ਕਿਉਂਕਿ ਬਿੰਦੂ A ਤੇ B ਦੋਹੇ ਸਪਰਸ਼ ਰੇਖਾਵਾਂ ਦੇ ਸਪਰਸ਼ ਬਿੰਦੂ ਹਨ, ਜਿੱਥੇ ਸਪਰਸ਼ ਰੇਖਾਵਾਂ ਚੱਕਰ ਨੂੰ ਸਪਰਸ਼ ਕਰ ਰਹੀਆਂ, ਤੇ ਸਪਰਸ਼ ਬਿੰਦੂ ਦੇ ਉੱਤੇ ਅਰਧ ਵਿਆਸ ਤੇ ਸਪਰਸ਼ ਰੇਖਾ ਆਪਸ 'ਚ ਲੰਬ ਹੁੰਦੀ ਹੈ, ਯਾਨੀ ਕਿ ਅਰਧ ਵਿਆਸ OA ਨੇ AP ਉੱਤੇ ਲੰਬ ਹੋਣਾ ਹੈ, ਤੇ ਇਸੇ ਤਰ੍ਹਾਂ ਅਰਧ ਵਿਆਸ OB ਨੇ PB ਦੇ ਉੱਤੇ ਲੰਬ ਹੋਣਾ ਹੈ। ਲੋ ਮੈਂ ਲਿਖ ਦਿੰਦਾ, ਕਿਉਂਕਿ ਸਪਰਸ਼ ਬਿੰਦੂ ਉੱਤੇ ਅਰਧ ਵਿਆਸ ਤੇ ਸਪਰਸ਼ ਰੇਖਾ ਆਪਸ ਵਿੱਚ ਲੰਬ ਹੁੰਦੇ ਹਨ। ਦੂਸਰੇ ਨੰਬਰ ਤੇ ਦੇਖੋ P ਤੋਂ ਲੈ ਕੇ O ਤੱਕ ਦਾ ਦੂਰੀ ਦੋਹੇ ਤਿਕੋਣਾਂ ਦੇ ਵਿੱਚ ਸਾਂਝੀ ਹੈ, ਯਾਨੀ ਕਿ PO ਲਿਖ ਲਓ ਜਾਂ OP ਲਿਖ ਲਓ, ਇੱਕੋ ਗੱਲ ਹੈ। OP ਪਹਿਲਾ ਤੀਸਰਾ ਅੱਖਰ, ਪਹਿਲਾ ਤੀਸਰਾ OP ਸਾਂਝਾ, ਦੋਹੇ ਤਿਕੋਣਾਂ ਦੀ ਸਾਂਝੀ ਭੁਜਾ। तीसरे नंबर ते O तो
A ਤੇ O ਤੋਂ B ਤੱਕ ਦੀ ਦੂਰੀ ਦੇਖੋ ਇੱਕੋ ਚੱਕਰ ਦੇ ਅਰਧ ਵਿਆਸ ਆ ਦੋਵੇਂ ਇੱਕੋ ਚੱਕਰ ਦੇ ਅਰਧ ਵਿਆਸ ਤੇ ਇੱਕ ਚੱਕਰ ਦੇ ਜਿੰਨੇ ਮਰਜ਼ੀ ਅਰਧ ਵਿਆਸ ਹੋਣ ਆਪਸ 'ਚ ਬਰਾਬਰ ਹੁੰਦੇ ਆ ਤਾਂ ਸਾਨੂੰ ਕੀ ਮਿਲਿਆ ਦੇਖੋ ਇੱਕ ਕੋਣ 90 ਡਿਗਰੀ ਦਾ ਉਹਦੇ ਸਾਹਮਣੇ ਭੁਜਾ 90 ਡਿਗਰੀ ਦੇ ਸਾਹਮਣੇ ਵਾਲੀ ਭੁਜਾ ਕਰਨ ਤੇ ਇੱਕ ਹੋਰ ਭੁਜਾ ਬਰਾਬਰ ਹੈ ਤਾਂ ਦੋਹੇ ਤਿਕੋਣਾ ਹੋ ਗਈਆਂ ਜੀ ਸਰਬੰਗ ਸਮ ਨਿਯਮ ਕਿਹੜਾ ਲੱਗਿਆ ਜੀ RHS ਕੌਂਗਰੈਂਸੀ R ਫॉर ਰਾਈਟ ਐਂਗਲ यानी कि ਸਮਕੋਣ ਜੇ ਪੰਜਾਬੀ ਚ ਲਿਖਣਾ ਚਾਹੋ ਤਾਂ ਤੁਸੀਂ ਲਿਖ ਸਕਦੇ ਹੋ ਸਮਕੋਣ H फॉर हाइपोटेनियस यानी कि कर्ण S फॉर कोई भी साइड यानी कि भुजा तो सरबंग समता का यह नियम लगा के असी तिकोना सरबंग सम सिद्ध कर लिया जे हुण तिकोना सरबंग सम है तो इन्हां दे सारे भाग बराबर है तो इस करके P तो लैके A तक की दूरी तीसरा बिंदु तो दूसरा बिंदु इधर भी तीसरा बिंदु तो दूसरा बिंदु ये बराबर होणगे CPCT यानी कि corresponding parts of congruent triangles are equal यानी कि ਸਰਬੰਗ ਸਮ ਤਿਕੋਣਾ ਦੇ ਸੰਗਤ ਭਾਗ ਆਪਸ ਵਿੱਚ ਬਰਾਬਰ ਹੁੰਦੇ ਹਨ ਤਾਂ ਇਹ ਸੀ ਜੀ ਥਿਓਰਮ ਤੁਹਾਡੀ कि ਚੱਕਰ ਦੇ ਕਿਸੇ ਵੀ ਬਾਹਰੀ ਬਿੰਦੂ ਤੋਂ ਖਿੱਚੀਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਆਪਸ ਵਿੱਚ ਬਰਾਬਰ ਹੁੰਦੀਆਂ ਹਨ ਆਓ ਆਪਾਂ ਦੁਬਾਰਾ ਰਿਪੀਟ ਕਰੀਏ ਇਸ ਨੂੰ ਸਾਨੂੰ ਇੱਕ ਚੱਕਰ ਦਿੱਤਾ ਸੀ ਜਿਸ ਦਾ ਕੇਂਦਰ O ਹੈ ਚੱਕਰ ਤੋਂ ਬਾਹਰ ਕਿਤੇ ਵੀ ਇੱਕ ਬਿੰਦੂ P ਲਿਆ ਗਿਆ ਹੈ P ਤੋਂ A ਤੇ P ਤੋਂ B ਦੋ ਸਪਰਸ਼ ਰੇਖਾਵਾਂ ਹਨ PA ਤੇ PB ਅਸੀਂ ਸਿੱਧ ਕਰਨਾ ਕਿ ਇਹਨਾਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਆਪਸ ਵਿੱਚ ਬਰਾਬਰ ਹੈ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਕੇਂਦਰ O ਨੂੰ ਬਿੰਦੂ A ਨਾਲ ਤੇ ਬਿੰਦੂ B ਨਾਲ ਮਿਲਾ ਦਿਓ ਤੇ ਨਾਲ ਹੀ ਬਿੰਦੂ P ਨਾਲ ਮਿਲਾ ਦਿਓ ਤੁਹਾਡੇ ਕੋਲੇ ਦੋ ਤਿਕੋਣਾ ਤਿਆਰ ਹੋ ਚੁੱਕੀਆਂ ਸਭ ਤੋਂ ਪਹਿਲਾਂ ਉੱਪਰ ਵਾਲੀ ਤਿਕੋਣ OAP ਹੇਠਾਂ ਵਾਲੀ ਤਿਕੋਣ OBP ਇਹਨਾਂ ਦੋ ਤਿਕੋਣਾਂ ਦੇ ਵਿੱਚ ਇੱਕ ਗੱਲ ਦਾ ਖਿਆਲ ਰੱਖਿਓ ਕਿਉਂਕਿ ਬਿੰਦੂ A ਤੇ B ਦੇ ਉੱਤੇ 90 ਡਿਗਰੀ ਦਾ ਕੋਣ ਬਣ ਰਿਹਾ ਹੈ ਤਾਂ ਜੇ ਮੈਂ ਪਹਿਲੀ ਤਿਕੋਣ ਦੇ ਵਿੱਚ ਬਿੰਦੂ A ਦੂਸਰੇ ਨੰਬਰ ਤੇ ਲਿਆ ਤਾਂ ਇੱਧਰ ਵੀ ਬਿੰਦੂ ਦੂਸਰੇ ਨੰਬਰ ਤੇ ਲੈਣਾ ਪਵੇਗਾ O ਤੋਂ A ਵੱਲ ਜਾਂਦੇ ਆ ਤੇ O ਤੋਂ B ਵੱਲ ਜਾਂਦੇ ਆ ਦੋ ਅਰਧ ਵਿਆਸ ਮਿਲੇ ਆ ਤੁਹਾਨੂੰ ਲੰਬਾਈਆਂ ਬਰਾਬਰ ਹੁੰਦੀਆਂ ਅਰਧ ਵਿਆਸਾਂ ਦੀਆਂ ਇੱਕੋ ਚੱਕਰ ਦੇ ਅਰਧ ਵਿਆਸ ਜਿੰਨੇ ਮਰਜ਼ੀ ਹੋਣ ਆਪਸ 'ਚ ਬਰਾਬਰ ਤਾਂ ਬਿੰਦੂ O ਤੋਂ A ਪਹਿਲਾ ਦੂਸਰਾ ਤਾਂ ਇੱਧਰ ਵੀ O ਤੋਂ B ਪਹਿਲੇ ਦੂਸਰੇ ਨੰਬਰ ਤੇ ਸੇਮ ਰੱਖਣਾ ਪਏਗਾ ਉੱਪਰਲੀ ਤਿਕੋਣ ਦਾ ਤੀਸਰਾ ਬਿੰਦੂ P ਹੇਠਾਂ ਵਾਲੀ ਤਿਕੋਣ ਦਾ ਵੀ ਤੀਸਰਾ ਬਿੰਦੂ P ਤੀਸਰੇ ਨੰਬਰ ਤੇ ਆ ਗਿਆ ਹੁਣ ਇਹਨਾਂ ਦੋਹਾਂ ਤਿਕੋਣਾਂ ਵਿੱਚ ਦੇਖੋ ਅਰਧ ਵਿਆਸ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਦੇ ਉੱਤੇ 90 ਡਿਗਰੀ ਦਾ ਕੋਣ ਬਣਾਉਂਦੇ ਆ ਆਪਸ ਵਿੱਚ ਲੰਬ ਹੁੰਦੇ ਆ ਤਾਂ ਕੋਣ A ਵੀ 90 ਦਾ ਕੋਣ B ਵੀ 90 ਦਾ ਉਸ ਤੋਂ ਬਾਅਦ 90 ਡਿਗਰੀ ਦੇ ਕੋਣ ਦੇ ਸਾਹਮਣੇ ਭੁਜਾ ਕਰਨ ਹੁੰਦੀ ਹੈ ਜੀ ਤਾਂ OP ਉੱਪਰ ਵਾਲੀ ਤਿਕੋਣ 'ਚ ਵੀ ਹੇਠਾਂ ਵਾਲੀ ਤਿਕੋਣ ਦੇ ਵਿੱਚ ਵੀ ਸਾਂਝੀ ਭੁਜਾ ਲਿਖ ਦਿੱਤੀ ਉਸ ਤੋਂ ਬਾਅਦ OA ਤੇ OB ਇੱਕੋ ਚੱਕਰ ਦੇ ਅਰਧ ਵਿਆਸ ਹੈ ਇੱਕੋ ਚੱਕਰ ਦੇ ਸਾਰੇ ਅਰਧ ਵਿਆਸ ਹੀ ਆਪਸ 'ਚ ਬਰਾਬਰ ਹੁੰਦੇ ਆ ਤਾਂ ਦੋਹੇ ਤਿਕੋਣਾ ਹੋ ਗਿਆ ਜੀ ਸਰਬੰਗ ਸਮ ਸਾਡਾ ਰੂਲ ਕਿਹੜਾ ਲੱਗਿਆ ਜੀ ਰਾਈਟ ਐਂਗਲ ਹਾਈਪੋਟੇਨੀਅਸ ਤੇ ਸਾਈਡ ਇਹ ਪਿਆ ਤੁਹਾਡਾ ਰਾਈਟ ਐਂਗਲ 90 ਦਾ ਕੋਣ ਉਹਦੇ ਸਾਹਮਣੇ ਭੁਜਾ ਕਰਨ ਯਾਨੀ ਕਿ ਹਾਈਪੋਟੇਨੀਅਸ ਉਸ ਤੋਂ ਬਾਅਦ ਉਹਦੇ ਨਾਲ ਕੋਈ ਵੀ ਇੱਕ ਭੁਜਾ ਨਾਲ ਲੱਗਦੀ ਭੁਜਾ OA ਤੇ OB ਇਹ ਕਿਉਂਕਿ ਚੱਕਰ ਦੇ ਅਰਧ ਵਿਆਸ ਸੀ ਤਾਂ ਦੋਹੇ ਤਿਕੋਣਾ ਸਰਬੰਗ ਸਮ ਹੋ ਗਈਆਂ ਤਾਂ ਉਹਨਾਂ ਦਾ ਹਰੇਕ ਸੰਗਤ ਭਾਗ ਦੂਸਰੇ ਦੇ ਸੰਗਤ ਭਾਗ ਦੇ ਬਰਾਬਰ ਹੋਣਾ ਸੀ ਤਾਂ ਮੈਂ ਇਹਦੇ ਵਿੱਚੋਂ ਕੀ ਕੀਤਾ ਜੀ ਸੰਗਤ ਭਾਗ PA ਤੀਸਰਾ ਪੁਆਇੰਟ ਦੂਸਰਾ ਪੁਆਇੰਟ ਤੀਸਰਾ ਤੇ ਦੂਸਰਾ PB यानी कि PA ਤੇ PB ਦੀ ਦੂਰੀ ਆਪਸ ਵਿੱਚ ਬਰਾਬਰ ਕਰ ਲਈ ਲਓ ਜੀ ਇਹ ਤੁਹਾਡੀ ਥਿਓਰਮ ਸਿੱਧ ਹੋ ਚੁੱਕੀ ਹੈ ਇੱਥੇ ਲਿਖ ਦਿੰਨੇ ਆ ਜੋ ਕਿ ਸਿੱਧ ਕਰਨਾ ਸੀ